ਹੈਲੋ। ਹਾਂਜੀ, ਕਿਵੇਂ ਹੋ ਸਟੂਡੈਂਟਸ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਵਧੀਆ ਹੋਵੋਗੇ। ਅੱਜ ਦਾ ਆਪਣਾ ਲੈਕਚਰ ਹਿਸਟਰੀ ਦਾ, ਜੋ ਕਿ ਭਾਰਤੀ ਇਤਿਹਾਸ ਦੇ ਮੂਲ ਸੋਮੇ ਆਪਾਂ ਕਰ ਰਹੇ ਹਾਂ। ਇਸ ਤੋਂ ਪਹਿਲਾਂ ਵੀ ਆਪਾਂ ਆਪਣੇ ਲੈਕਚਰ ਇਹ ਲੱਗ ਚੁੱਕੇ ਹਨ। ਅੱਜ ਆਪਣਾ ਚੌਥਾ ਇਹ ਲੈਕਚਰ ਆਪਾਂ ਲਗਾਉਣ ਜਾ ਰਹੇ ਹਾਂ। ਇਸ ਦੇ ਵਿੱਚ ਜਿਹੜੇ ਸੋਮੇ ਰਹਿ ਗਏ ਸਨ ਆਪਾਂ ਉਹ ਸਾਰੇ ਅੱਜ ਕੰਪਲੀਟ ਕਰ ਦੇਵਾਂਗੇ। ਜੇਕਰ ਤੁਸੀਂ ਚੈਨਲ 'ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਬੈਲ ਆਈਕਨ ਵੀ ਜ਼ਰੂਰ ਨੱਪ ਲਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ। ਆਓ ਹੁਣ ਆਪਾਂ ਆਪਣੇ ਲੈਕਚਰ ਵੱਲ ਚੱਲਦੇ ਹਾਂ ਅਤੇ ਦੇਖਦੇ ਹਾਂ ਵੀ ਕਿਹੜੇ ਸੋਮੇ ਨੇ ਭਾਰਤੀ ਇਤਿਹਾਸ ਦੇ ਜਿਹੜੇ ਆਪਣੇ ਬਾਕੀ ਰਹਿ ਗਏ ਸਨ। ਪਹਿਲਾ ਸਾਡਾ ਆ ਜਾਂਦਾ ਸਿੱਕੇ ਕੋਇਨਸ। ਪ੍ਰਾਚੀਨ ਭਾਰਤ ਵਿੱਚ ਸਿੱਕੇ 6ਵੀਂ ਸਦੀ ਈਸਾ ਪੂਰਵ ਤੋਂ ਮਿਲਣੇ ਸ਼ੁਰੂ ਹੋ ਜਾਂਦੇ ਹਨ। ਹੌਲੀ ਹੌਲੀ ਇੱਕ ਤੋਂ ਵੱਧ ਧਾਤਾਂ ਜਿਵੇਂ ਕਿ ਸੋਨਾ, ਚਾਂਦੀ, ਤਾਂਬਾ, ਪਿੱਤਲ ਤੇ ਮਿਲੀਆਂ ਜੁਲੀਆਂ ਧਾਤਾਂ ਦਾ ਇਸਤੇਮਾਲ ਹੋਇਆ ਸੀਗਾ ਸਿੱਕੇ ਬਣਾਉਣ ਦੇ ਲਈ। ਅਕਸਰ ਹੀ ਸਿੱਕੇ ਦੇ ਉੱਪਰ ਰਾਜੇ ਦਾ ਨਾਮ, ਹਕੂਮਤ ਦਾ ਚਿੰਨ੍ਹ, ਵਚਨ ਜਾਂ ਆਦੇਸ਼ ਉੱਕਰੇ ਹੁੰਦੇ ਸਨ। ਵੀ ਜਿਹੜੇ ਸਿੱਕੇ ਹੁੰਦੇ ਸਨ ਜਾਂ ਤਾਂ ਉਹਨਾਂ ਦੇ ਉੱਪਰ ਰਾਜੇ ਦਾ ਨਾਮ ਲਿਖਿਆ ਹੁੰਦਾ ਸੀ, ਉਸ ਸਮੇਂ ਕਿਹੜਾ ਰਾਜਾ ਸੀਗਾ ਜਾਂ ਉਸਦੀ ਹਕੂਮਤ ਸੀ ਜਿਹੜੀ, ਉਹਨਾਂ ਦਾ ਇੱਕ ਚਿੰਨ੍ਹ ਹੁੰਦਾ ਸੀ ਜਾਂ ਸਿੱਕੇ ਦੇ ਉੱਪਰ ਉਹ ਚਿੰਨ੍ਹ ਬਣਿਆ ਹੁੰਦਾ ਸੀਗਾ, ਜਾਂ ਫਿਰ ਉਹਨਾਂ ਦੇ ਵਚਨ ਜਾਂ ਆਦੇਸ਼ ਉੱਕਰੇ ਹੁੰਦੇ ਸਨ। ਇੰਝ ਇਹ ਰਾਜਨੀਤਿਕ, ਧਾਰਮਿਕ, ਸੱਭਿਆਚਾਰਕ ਤੇ ਭਾਸ਼ਾਈ ਇਤਿਹਾਸ ਲਿਖਣ ਦੇ ਵਿੱਚ ਸਹਾਈ ਹੁੰਦੇ ਹਨ। ਭਾਰਤੀ ਸਿੱਕਿਆਂ ਦਾ ਇਤਿਹਾਸ ਦੱਸਦਾ ਹੈ ਕਿ ਕਿਵੇਂ ਹਿੰਦੂ, ਯੂਨਾਨੀ ਜਾਂ ਹਿੰਦ ਬੈਕਟੀਰੀਅਨ ਤੇ ਹਿੰਦ ਪਾਰਥੀਅਨ ਵਰਗੀਆਂ ਕੌਮਾਂ ਨੇ ਵੀ ਦੇਸ਼ 'ਤੇ ਰਾਜ ਕੀਤਾ ਸੀਗਾ। ਉੱਤਰ ਪੱਛਮੀ ਭਾਗਾਂ ਲਈ ਤਾਂ ਸਿੱਕੇ ਹੋਰ ਵੀ ਮਹੱਤਵਪੂਰਨ ਹਨ। ਇੱਕ ਹੀ ਵੰਸ਼ ਦੇ ਰਾਜਿਆਂ ਦੇ ਸਿੱਕੇ ਵੱਖ-ਵੱਖ ਭਾਰ ਤੇ ਆਕਾਰ ਦੇ ਹੋ ਸਕਦੇ ਹਨ, ਜਿਵੇਂ ਕਿ ਗੁਪਤ ਕਾਲ ਦੇ ਸਿੱਕੇ। ਸਿੱਕਿਆਂ ਲਈ ਵਰਤੀ ਧਾਤ, ਭਾਰ ਤੇ ਆਕਾਰ ਤੋਂ ਉਸ ਸਮੇਂ ਦੀ ਆਰਥਿਕ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵੀ ਉਸ ਸਮੇਂ ਜਿਹੜੇ ਸਿੱਕੇ ਸਨ ਉਹ ਸੋਨੇ ਦੇ ਸਨ, ਚਾਂਦੀ ਦੇ ਸਨ ਜਾਂ ਲੋਹੇ ਦੇ ਜਾਂ ਫਿਰ ਪਿੱਤਲ ਦੇ, ਤਾਂਬੇ ਦੇ ਸਿੱਕੇ ਸਨ। ਉਹ ਇਸ ਤਰ੍ਹਾਂ ਉੱਥੋਂ ਦੀ ਆਰਥਿਕ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸਿੱਕਿਆਂ ਤੋਂ। ਇਸ ਤੋਂ ਬਾਅਦ ਸਾਡਾ ਆ ਜਾਂਦਾ ਯਾਦਗਾਰ ਇਮਾਰਤਾਂ ਅਤੇ ਭਵਨ ਨਿਰਮਾਣ। ਆਰਕੀਓਲੋਜੀ ਜਾਂ ਪੁਰਾਤੱਤਵ ਵਿਗਿਆਨ ਉਹ ਵਿਧੀ ਹੈ ਜਿਸ ਰਾਹੀਂ ਪ੍ਰਾਚੀਨ ਥੇਹਾਂ ਦੀ ਖੁਦਾਈ ਕਰਕੇ ਬਰਬਾਦ ਹੋਏ ਮਨੁੱਖੀ ਜੀਵਨ ਨੂੰ ਸੁਰਜੀਤ ਕੀਤਾ ਜਾਂਦਾ ਹੈ। ਵੀ ਜਿਹੜੀ ਇਹ ਆਰਕੀਓਲੋਜੀ ਹੁੰਦੀ ਹੈ, ਇਹ ਖੋਜਾਂ ਕਰਦੇ ਜਿਹੜੀਆਂ ਪੁਰਾਣੀਆਂ ਆਪਣੀਆਂ ਖੁਦਾਈ ਕਰਕੇ ਖੋਜਾਂ ਕਰਦੇ ਆ। ਮਿਲੀ ਹੋਈ ਸਮੱਗਰੀ ਜਾਂ ਅਵਸ਼ੇਸ਼, ਘੜੇ ਦੇ ਠੀਕਰੇ ਤੋਂ ਲੈ ਕੇ ਰਾਜੇ ਦੀ ਮੋਹਰ ਤੱਕ ਕੁਛ ਵੀ ਹੋ ਸਕਦਾ ਹੈ। ਜਿਵੇਂ ਜਿਵੇਂ ਅਸੀਂ ਇਤਿਹਾਸ ਤੋਂ ਪੂਰਵ ਇਤਿਹਾਸ ਵੱਲ ਜਾਂਦੇ ਹਾਂ ਤਾਂ ਪੁਰਾਤੱਤਵ ਵਿਗਿਆਨ ਉੱਪਰ ਨਿਰਭਰਤਾ ਵੱਧਦੀ ਜਾਂਦੀ ਹੈ। ਖੁਦਾਈ ਦੌਰਾਨ ਮਿਲੀਆਂ ਕਲਾਕ੍ਰਿਤੀਆਂ ਪ੍ਰਾਚੀਨ ਗ੍ਰੰਥਾਂ ਦੀ ਤਰ੍ਹਾਂ ਹੀ ਮਹੱਤਵਪੂਰਨ ਹੁੰਦੀਆਂ ਹਨ। ਸ਼ਹਿਰਾਂ, ਮੰਦਰਾਂ, ਸਤੂਪ, ਬੋਧੀ ਮੰਦਰ, ਗੁਫਾਵਾਂ, ਸਿੱਕੇ ਅਤੇ ਅਨੇਕਾਂ ਪ੍ਰਕਾਰ ਦੀ ਹੋਰ ਸਮੱਗਰੀ ਧਾਰਮਿਕ ਤੇ ਸਮਾਜਿਕ ਜੀਵਨ ਦੇ ਬਾਰੇ ਜਾਣਕਾਰੀ ਦਿੰਦੀ ਹੈਗੀ। ਅਸ਼ੋਕ ਦੇ ਸਾਂਚੀ ਅਤੇ ਬਾਰਟ ਦੇ ਸਤੂਪ, ਗੁਪਤ ਸਮੇਂ ਦੇ ਦੇਵਗੜ੍ਹ, ਭੀਤਰੀ, ਗਾਊ ਅਤੇ ਤਿਗਾਵਾ ਦੇ ਮੰਦਰ ਅਤੇ ਕਨਿਸ਼ਕ ਸਮੇਂ ਦੀਆਂ ਟੈਕਸਲਾਂ ਤੋਂ ਮਿਲੀਆਂ ਬੋਧੀ ਕਾਲ ਦੀਆਂ ਮੂਰਤੀਆਂ ਵਰਣਨਯੋਗ ਅਤੇ ਪੁਰਾਤੱਤਵ ਸਮੱਗਰੀ ਹਨ। ਇਹ ਆਰਕੀਓਲੋਜੀ ਨੇ ਇਹਨਾਂ ਦੀ ਖੋਜ ਕਰੀ ਸੀ। ਇਸ ਤੋਂ ਬਾਅਦ ਸਾਡਾ ਆ ਜਾਂਦਾ ਪੂਰਵ ਇਤਿਹਾਸ ਲਈ ਮਿਤੀ ਨਿਸ਼ਚਿਤ ਕਰਨ ਦੀ ਕਿਹੜੀ ਵਿਧੀ ਹੈ। ਵੀ ਆਪਾਂ ਖੋਜ ਮੰਨ ਲਓ ਕਰ ਲਈ ਤਾਂ ਆਪਾਂ ਨੂੰ ਉਸ ਚੀਜ਼ ਦਾ ਕਿਵੇਂ ਪਤਾ ਲੱਗੂਗਾ ਵੀ ਇਹ ਕਿਸ ਸਮੇਂ ਦੀ ਆ, ਉਸ ਦੀ ਮਿਤੀ ਦਾ ਅੰਦਾਜ਼ਾ ਜਾਂ ਨਿਸ਼ਚਿਤ ਕਿਵੇਂ ਕੀਤੀ ਜਾਂਦੀ ਹੈ, ਉਹ ਕਿਹੜੀ ਵਿਧੀ ਆ। ਥੇਹਾਂ ਦੀ ਖੁਦਾਈ ਤੋਂ ਮਿਲੀ ਸਮੱਗਰੀ ਦਾ ਸਮਾਂ ਜਾਂ ਕਾਲ ਨਿਸ਼ਚਿਤ ਕਰਨ ਲਈ ਅੱਜ ਕੱਲ੍ਹ ਅਨੇਕਾਂ ਵਿਧੀਆਂ ਹਨ। ਪਹਿਲੇ ਨੰਬਰ 'ਤੇ ਆ ਜਾਂਦਾ ਸਮੱਗਰੀ ਦੀਆਂ ਤਹਿਾਂ ਹੁੰਦੀਆਂ ਹਨ।
ਇੱਕ ਉੱਪਰ ਦੂਸਰੀ ਤੀਸਰੀ ਤਹਿ ਇਸ ਤਰ੍ਹਾਂ ਇਹਨਾਂ ਦੀਆਂ ਤਹਿਾਂ ਹੁੰਦੀਆਂ ਹਨ। ਉੱਪਰਲੀ ਤਹਿ ਵੱਲੋਂ ਜਿਉਂ-ਜਿਉਂ ਅਸੀਂ ਹੇਠਲੀਆਂ ਤਹਿਾਂ ਵੱਲ ਵਧਦੇ ਜਾਂਦੇ ਹਾਂ ਤਾਂ ਅਸੀਂ ਘੱਟ ਪੁਰਾਣੀ ਸੱਭਿਅਤਾ ਤੋਂ ਵੱਧ ਪੁਰਾਣੀ ਸੱਭਿਅਤਾ ਦੇ ਵੱਲ ਜਾਂਦੇ ਹੁੰਦੇ ਹਾਂ। ਇਸ ਤਹਿਾਂ ਤੋਂ ਸਮੇਂ ਦਾ ਅੰਦਾਜ਼ਾ ਹੋ ਜਾਂਦਾ ਹੈ। ਤਹਿ ਦੀ ਮੋਟਾਈ ਵੀ ਕਿਸੇ ਸੱਭਿਆਚਾਰ ਦੇ ਦੇਰ ਪਾ ਹੋਣ ਦਾ ਚਿੰਨ੍ਹ ਹੁੰਦੀ ਹੈ। ਨੰਬਰ 2 ਆ ਜਾਂਦਾ ਸਮੇਂ ਦਾ ਅੰਦਾਜ਼ਾ ਹੋਰ ਵੀ ਸੌਖਾ ਹੋ ਜਾਂਦਾ ਜੇਕਰ ਹੱਡੀਆਂ ਮਿਲ ਜਾਣ। ਹੱਡੀਆਂ ਦੀ ਉਮਰ ਦਾ ਉਹਨਾਂ ਵਿੱਚ ਗੈਸਾਂ ਜਿਵੇਂ ਕਿ ਫਲੋਰਾਈਨ, ਨਾਈਟ੍ਰੋਜਨ, ਯੂਰੇਨੀਅਮ ਦੇ ਤੱਤਾਂ ਤੋਂ ਪਤਾ ਲਗਾਇਆ ਜਾਂਦਾ ਹੈ। ਹੱਡੀਆਂ ਜਿਵੇਂ-ਜਿਵੇਂ ਪੁਰਾਣੀਆਂ ਹੁੰਦੀਆਂ ਹਨ ਤਿਵੇਂ-ਤਿਵੇਂ ਉਹਨਾਂ ਵਿੱਚ ਫਲੋਰਾਈਨ ਤੇ ਯੂਰੀਆ ਵੱਧਦੇ ਜਾਂਦੇ ਹਨ ਅਤੇ ਨਾਈਟ੍ਰੋਜਨ ਜਿਹੜੀ ਉਹ ਘਟਦੀ ਜਾਂਦੀ ਹੈ। ਇਸ ਤਰ੍ਹਾਂ ਹੱਡੀਆਂ ਦੀਆਂ ਤਹਿਾਂ ਕਿਸੇ ਖਿੱਤੇ ਜਾਂ ਜੀਵਨ ਦੇ ਸਮੇਂ ਬਾਰੇ ਸੰਕੇਤ ਕਰਦੀਆਂ ਹਨ। ਇਸ ਤੋਂ ਨੈਕਸਟ ਆ ਜਾਂਦਾ 3 ਨੰਬਰ ਦਾ ਸਮੇਂ ਜਾਂ ਮਿਤੀ ਦਾ ਠੀਕ ਅੰਦਾਜ਼ਾ ਲਾਉਣ ਲਈ ਵਧੇਰੇ ਵਿਗਿਆਨਕ ਵਿਧੀਆਂ ਦਾ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਜਿਵੇਂ ਕਿ 1 ਨੰਬਰ 'ਤੇ ਵਿਧੀ ਆ ਜਾਂਦੀ ਹੈ ਪੋਟਾਸ਼ੀਅਮ ਅਰਗੋਨ KR ਵਿਧੀ। 2 ਨੰਬਰ 'ਤੇ ਆ ਜਾਂਦੀ ਹੈ ਪੈਲੋ ਮੈਗਨੇਟਿਜ਼ਮ ਅਤੇ 3 ਨੰਬਰ 'ਤੇ ਆ ਜਾਂਦੀ ਹੈ ਕਾਰਬਨ 14 ਵਿਧੀ। ਇਹ ਜਿਹੜੀਆਂ ਵਿਧੀਆਂ ਹੈਗੀਆਂ ਵਿਗਿਆਨਕ ਵਿਧੀਆਂ ਹੈਗੀਆਂ ਜਿਹੜੀਆਂ ਸਮੇਂ ਜਾਂ ਮਿਤੀ ਦਾ ਠੀਕ ਅੰਦਾਜ਼ਾ ਲਾਉਣ ਲਈ ਵਰਤੀਆਂ ਜਾਂਦੀਆਂ ਨੇ। ਇਸ ਤੋਂ ਬਾਅਦ ਸਾਡਾ ਆ ਜਾਂਦਾ ਸਾਹਿਤ ਪਰੰਪਰਾਵਾਦੀ ਅਤੇ ਸਾਹਿਤ ਪਰੰਪਰਾਵਾਂ। ਸਾਹਿਤ ਤੇ ਪਰੰਪਰਾ ਵਿੱਚ ਸੰਬੰਧ ਸਿੱਧਾ ਤੇ ਸਪਸ਼ਟ ਹੈ। ਲਿਖਤਾਂ ਰਾਹੀਂ ਪਰੰਪਰਾ ਪਰਿਭਾਸ਼ਿਤ ਹੁੰਦੀ ਹੈ ਅਤੇ ਪਾਏਦਾਰ ਵੀ ਬਣਦੀ ਹੈ। ਪ੍ਰਾਚੀਨ ਭਾਰਤੀ ਸਾਹਿਤ ਰਿਗਵੇਦ ਤੋਂ ਸ਼ੁਰੂ ਹੁੰਦਾ ਹੈ। ਰਿਗਵੇਦ ਆ ਜਿਹੜਾ ਇਹ ਸਭ ਤੋਂ ਪੁਰਾਣਾ ਵੇਦ ਹੈਗਾ। ਪ੍ਰਾਚੀਨ ਭਾਰਤ ਆ ਜਿਹੜਾ ਇਹ ਰਿਗਵੇਦ ਤੋਂ ਹੀ ਸ਼ੁਰੂ ਹੁੰਦਾ ਹੈ। ਵੇਦ 4 ਹਨ। ਵੈਦਿਕ ਸਾਹਿਤ ਆ ਜਿਹੜਾ ਇਹ ਉਹ ਸਾਹਿਤ ਹੈ ਜੋ ਜਾਂ ਤਾਂ ਵੇਦਾਂ ਦੀ ਵਿਆਖਿਆ ਕਰਦਾ ਹੈ ਜਾਂ ਇਹਨਾਂ ਨੂੰ ਗਿਆਨ ਦੀ ਇੱਕੋ ਇੱਕ ਕਸਵੱਟੀ ਮੰਨਦਾ ਹੈ। ਪਰੰਤੂ ਵੈਦਿਕ ਸਾਹਿਤ ਦੇ ਸਰੂਪ ਧਾਰਮਿਕ ਤੇ ਵਿਹਾਰੀ ਭਾਵ ਸੈਕੂਲਰ ਦੋਵੇਂ ਹੀ ਹਨ। ਵੇਦ ਅਤੇ ਵੈਦਿਕ ਸਾਹਿਤ 4 ਵੇਦ ਹਨ ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ। ਵੇਦ ਦਾ ਅਰਥ ਗਿਆਨ ਜਾਂ ਵਿੱਦਿਆ ਹੈ। ਟੀਕਿਆਂ ਤੇ ਵਿਖਿਆਨਾਂ ਰਾਹੀਂ ਵੇਦਾਂ ਤੇ ਆਧਾਰਿਤ ਸਾਹਿਤ ਜਿਵੇਂ ਕਿ ਬ੍ਰਾਹਮੰਜ ਅਤੇ ਉਪਨਿਸ਼ਦ ਹੋਂਦ ਵਿੱਚ ਆਏ। ਹੋਰ ਤਾਂ ਹੋਰ ਜੰਗਲ ਪੁਸਤਕ ਨੂੰ ਵੀ ਵੈਦਿਕ ਸਾਹਿਤ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ। ਦੂਸਰੀ ਵੰਨਗੀ ਵਿੱਚ ਉਹ ਸਾਹਿਤ ਸ਼ਾਮਲ ਹੈ ਜਿਸ ਵਿੱਚ ਆਰੀਅਨ ਮਨੁੱਖ ਦਾ ਆਪਣਾ ਤਜਰਬਾ ਭਾਰੂ ਸੀ ਤੇ ਵੱਖ ਨਾਵਾਂ ਵਾਲੇ ਸੂਤਰ ਇਸ ਵਿੱਚ ਆਉਂਦੇ ਹਨ। ਪੁਰਾਣ ਆ ਜਿਹੜੇ ਗਿਣਤੀ ਵਿੱਚ 18 ਹਨ। ਸੂਤਰ ਉਹ ਪੁਸਤਕਾਂ ਹਨ ਜੋ ਵਿਆਕਰਨ ਤੋਂ ਸ਼ੁਰੂ ਹੋ ਕੇ ਕਾਨੂੰਨ ਤੇ ਇਤਿਹਾਸ ਤੱਕ ਵੀ ਹੋ ਸਕਦੀਆਂ ਹਨ। ਸੂਤਰ ਦਾ ਭਾਵ ਬਿਆਨ ਜਾਂ ਸਟੇਟਮੈਂਟ ਹੈ। ਇਸੇ ਕਰਕੇ ਸੂਤਰ ਵਿੱਚ ਤਜਰਬਾ ਜਾਂ ਅਨੁਭਵ ਸ਼ਾਮਲ ਹਨ। ਇਸ ਤੋਂ ਅੱਗੇ ਸਾਡਾ ਆ ਜਾਂਦਾ ਪੁਰਾਤਨ ਇਤਿਹਾਸਿਕ ਲਿਖਤਾਂ। ਵੀ ਪੁਰਾਤਨ ਜਿਹੜੀਆਂ ਆਪਾਂ ਨੂੰ ਲਿਖਤਾਂ ਮਿਲਦੀਆਂ ਗਈਆਂ ਇਤਿਹਾਸਿਕ ਉਹਨਾਂ ਦੇ ਬਾਰੇ ਦੱਸਦੇ ਹਾਂ। 600 BC ਤੱਕ ਭਾਰਤੀ ਇਤਿਹਾਸ ਦੇ ਲਿਖਤੀ ਸੋਮਿਆਂ ਵਿੱਚ ਪ੍ਰਮੁੱਖ ਵੇਦ, ਪੁਰਾਣ ਅਤੇ ਮਹਾਕਾਵਿ ਸਨ। ਇਸ ਤੋਂ ਪਿੱਛੋਂ ਬੋਧੀ ਸਾਹਿਤ, ਜੈਨੀ ਸਾਹਿਤ ਅਤੇ ਹੋਰ ਲਿਖਤਾਂ ਜਿਨ੍ਹਾਂ ਵਿੱਚ ਵਿਆਕਰਨ ਨਾਲ ਸੰਬੰਧਿਤ ਰਚਨਾਵਾਂ ਵੀ ਸਨ ਉਹ ਵੀ ਇਤਿਹਾਸਕ ਸੋਮੇ ਹਨ। ਪ੍ਰਾਚੀਨ ਇਤਿਹਾਸ ਦੇ ਪਿਛਲਹਿਰੇ ਦੌਰ ਵਿੱਚ ਜਿਹੜਾ ਕਿ ਗੁਪਤ ਕਾਲ ਜਾਂ 320 AD ਤੋਂ ਸ਼ੁਰੂ ਹੁੰਦਾ ਹੈ ਦੀਆਂ ਰਚਨਾਵਾਂ 2 ਕਿਸਮਾਂ ਦੀਆਂ ਹਨ। ਪਹਿਲੀਆਂ ਤਾਂ ਜੀਵਨੀਆਂ ਆ ਜਾਂਦੀਆਂ ਵੀ ਕਿਸੇ ਦੀਆਂ ਜੀਵਨੀਆਂ ਲਿਖੀਆਂ ਗਈਆਂ ਸਨ ਅਤੇ ਦੂਜਾ ਆ ਜਾਂਦਾ ਸਥਾਨਕ ਤਵਾਰੀਖਾਂ। ਹੁਣ ਤੁਹਾਨੂੰ ਆਪਾਂ ਪ੍ਰਸਿੱਧ ਰਚਨਾਵਾਂ ਅਤੇ ਲਿਖਾਰੀਆਂ ਦੇ ਬਾਰੇ ਦੱਸਦੇ ਹਾਂ ਵੀ ਇਹਨਾਂ ਦੀਆਂ ਕਿਹੜੀਆਂ ਰਚਨਾਵਾਂ ਉਹਨਾਂ ਦੇ ਬਾਰੇ ਵੀ ਦੱਸਦੇ ਹਾਂ। ਸਭ ਤੋਂ ਪਹਿਲਾਂ ਲਿਖਾਰੀ ਆ ਜਾਂਦਾ ਬਾਣ ਭੱਟ। 604 ਤੋਂ 647 ਤੱਕ ਦਾ ਸਮਾਂ ਇਹਦਾ। ਇਸ ਦਾ ਨਾਮ ਸੀਗਾ ਰਚਨਾ ਦਾ ਹਰਸ਼ ਚਰਿਤ। ਹਰਸ਼ ਚਰਿਤ ਇਸ ਦਾ ਵਿਸ਼ਾ ਸੀਗਾ ਸਮਰਾਟ ਹਰਸ਼ ਦਾ ਜੀਵਨ ਤੇ ਉਸ ਦੀਆਂ ਸਫਲਤਾਵਾਂ। ਹਰਸ਼ਵਰਧਨ ਦੇ ਜੀਵਨ ਦੇ ਬਾਰੇ ਇਸਨੇ ਲਿਖਿਆ ਸੀਗਾ ਅਤੇ ਸਫਲਤਾਵਾਂ ਦੇ ਬਾਰੇ ਇਹਨਾਂ ਦੇ ਕਿਹੜੀ ਰਚਨਾ ਦੇ ਵਿੱਚ ਲਿਖਿਆ ਸੀ? ਹਰਸ਼ ਚਰਿਤ ਦੇ ਵਿੱਚ। ਦੂਜਾ ਆ ਜਾਂਦਾ ਚਾਂਦ ਬਰਦਾਈ
12ਵੀਂ ਸਦੀ ਈਸਵੀ। ਪ੍ਰਿਥਵੀ ਰਾਜ ਰਾਸੋ, ਪ੍ਰਿਥਵੀ ਰਾਜ ਚੌਹਾਨ ਦੇ ਕਾਰਨਾਮੇ, ਇਹਨਾਂ ਦੇ ਬਾਰੇ ਇਹਨੇ ਲਿਖਿਆ ਸੀ। ਇਸ ਤੋਂ ਨੈਕਸਟ ਆ ਜਾਂਦਾ ਕਲਹਨ। ਕਲਹਨ ਉਹੀ ਸਮਾਂ। ਰਾਜ ਤਰੰਗਨੀ ਜਾਂ ਕਸ਼ਮੀਰ ਦਾ ਇਤਿਹਾਸ ਇਸਨੇ ਲਿਖਿਆ ਸੀਗਾ। ਫਿਰ ਆ ਜਾਂਦਾ ਸੋਮੇਸ਼ਵਰ, ਰਮਸਾਲਾ, ਗੁਜਰਾਤ ਦਾ ਇਤਿਹਾਸ ਇਹਨੇ ਲਿਖਿਆ ਸੀ। ਫਿਰ ਆ ਜਾਂਦਾ ਉਹੀ ਕੀਰਤੀ ਕੌਮਦੀ ਉਹੀ ਵਾਕਪਤੀ ਸੀਗਾ। ਇਸਨੇ ਗੋੜਵਹੋ, ਭਾਰਤ ਦਾ ਇਤਿਹਾਸ ਇਹਨੇ ਲਿਖਿਆ ਸੀਗਾ। ਹੇਮਚੰਦਰ ਅਤੇ ਜੈ ਸਿੰਘ, ਕੁਸਾਰਪਾਲ ਚਰਿਤ ਲਿਖਿਆ ਸੀਗਾ ਇਹਨਾਂ ਨੇ, ਜਿਸ ਦੇ ਵਿੱਚ ਗੁਜਰਾਤ ਦਾ ਇਤਿਹਾਸ ਸੀਗਾ। ਵਿਸਾਖ ਦੱਤ, ਮੁਦਰਾਕਸ਼ਸ, ਗੁਪਤਕਾਲ ਅਤੇ ਚੰਦਰਗੁਪਤ ਮੌਰੀਆ ਦਾ ਜੀਵਨ ਇਹਨੇ ਲਿਖਿਆ ਸੀਗਾ। ਕਾਲੀਦਾਸ ਆ ਜਾਂਦਾ। ਸ਼ਕੁੰਤਲਾ ਅਤੇ ਮੇਘਦੂਤ ਇਹਨੇ ਲਿਖੇ ਸੀਗੇ। ਇਸ ਦੇ ਵਿੱਚ ਵੀ ਗੁਪਤਕਾਲ ਦੀ ਧਾਰਮਿਕ ਸਮਾਜਿਕ ਵਿਵਸਥਾ ਦੇ ਬਾਰੇ ਇਹਨੇ ਲਿਖਿਆ ਸੀਗਾ। ਫਿਰ ਆ ਜਾਂਦਾ ਹਰਸ਼ਵਰਧਨ, ਇਹਨੇ ਵੀ ਆਪਣੇ ਪ੍ਰਿਆ ਦਰਸ਼ਿਕਾ ਲਿਖੀ ਸੀਗੀ। ਹਰਸ਼ਵਰਧਨ ਕਾਲ ਦਾ ਸਮਾਜਿਕ ਤੇ ਸੱਭਿਆਚਾਰਕ ਭਾਰਤ ਇਹਨੇ ਵਿੱਚ ਲਿਖਿਆ ਗਿਆ ਸੀਗਾ। ਫਿਰ ਕੌਟਲਿਆ, ਇਸਨੇ 320 AD ਪ੍ਰਾਚੀਨ ਕੂਟਨੀਤੀ, ਨੀਤੀ ਤੇ ਰਾਜ ਪ੍ਰਬੰਧ ਅਤੇ ਅਰਥ ਸ਼ਾਸਤਰ ਦੇ ਬਾਰੇ ਇਹਨੇ ਲਿਖਿਆ ਸੀਗਾ ਬੰਦੇ ਨੇ। ਇਸ ਤੋਂ ਅੱਗੇ ਸਾਡਾ ਆਖਰੀ ਪੁਆਇੰਟ ਆ ਜਾਂਦਾ ਵਿਦੇਸ਼ੀ ਸੋਮੇ। ਯੂਨਾਨੀ ਲੇਖਕ ਜਿਨ੍ਹਾਂ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ, ਵਿਦੇਸ਼ੀ ਸੋਮੇ ਆ ਜਿਹੜੇ ਵਿਦੇਸ਼ੀ ਯਾਤਰੀ ਭਾਰਤ ਆਉਂਦੇ ਸਨ, ਭਾਰਤ ਦਾ ਦੌਰਾ ਕਰਦੇ ਸਨ, ਉਹਨਾਂ ਨੇ ਵੀ ਇਤਿਹਾਸ ਦੇ ਬਾਰੇ ਬਹੁਤ ਕੁਝ ਲਿਖਿਆ। ਇਹਨਾਂ ਦੇ ਬਾਰੇ ਦੱਸਦੇ ਹਾਂ। ਪਹਿਲਾ ਲੇਖਕ ਸਾਡਾ ਆ ਜਾਂਦਾ ਹੈਰੋਡੋਟਸ। ਹੈਰੋਡੋਟਸ ਸੀਗਾ ਜਿਹਨੇ ਇਸਨੇ ਹਿਸਟੋਰੀਕਾ ਲਿਖੀ ਸੀਗੀ। ਇਸ ਦੇ ਵਿੱਚ ਜਿਹੜਾ ਇਸਦਾ ਵਿਸ਼ਾ ਸੀਗਾ ਉਹ ਸੀਗਾ ਭਾਰਤੀ ਸੀਮਾ ਜਾਂ ਪ੍ਰਾਂਤਾਂ ਦੇ ਫਰਾਂਸ ਦੇ ਨਾਲ ਸੰਬੰਧ ਸੀਗਾ। ਉਦੋਂ ਉਹ ਵਿਸ਼ਾ ਸੀਗਾ, ਉਸ ਦੇ ਬਾਰੇ ਲਿਖਿਆ ਸੀਗਾ ਇਹਨੇ। ਫਿਰ ਆ ਜਾਂਦਾ ਏਰੀਅਨ, ਇਸਨੇ ਸਿਕੰਦਰ ਮਹਾਨ ਦੀਆਂ ਜਿੱਤਾਂ ਲਿਖੀਆਂ ਸੀ। ਸਿਕੰਦਰ ਮਹਾਨ ਦੀਆਂ ਜਿੱਤਾਂ ਲਿਖੀਆਂ ਸੀਗੀਆਂ, ਜਿਸ ਦੇ ਵਿੱਚ ਉੱਤਰ ਅਤੇ ਪੱਛਮੀ ਜਿੱਤਾਂ ਵੀ ਸੀ। ਉਹਨਾਂ ਉੱਤਰ ਪੱਛਮੀ ਜਿੱਤਾਂ ਸਮੇਤ ਇਹਨੇ ਲਿਖੀ ਸੀਗੀ ਇਹ। ਫਿਰ ਆ ਜਾਂਦਾ ਮੈਕਸਨੀਜ਼, ਇਸਨੇ ਇੰਡਿਕਾ ਲਿਖੀ ਸੀਗੀ 302 ਤੋਂ 298 BC। ਚੰਦਰਗੁਪਤ ਮੌਰੀਆ ਦੀ ਰਾਜਧਾਨੀ ਪਾਟਲੀਪੁੱਤਰ ਤੇ ਰਾਜ ਪ੍ਰਬੰਧ ਅਤੇ ਸਮਾਜ ਦਾ ਵਰਣਨ ਇਸਨੇ ਲਿਖਿਆ ਸੀਗਾ ਇੰਡਿਕਾ ਦੇ ਵਿੱਚ। ਫਿਰ ਆ ਜਾਂਦਾ ਪਲੂਟਾਰਕ ਅਤੇ ਸਟਰੇਬੋ, ਇਹਨਾਂ ਨੇ ਮੌਰੀਆ ਕਾਲ ਦੇ ਬਾਰੇ ਲਿਖਿਆ ਸੀਗਾ। ਡੀਮੇਕਸ, ਇਹਨੇ ਬਿੰਦੂਸਾਰ ਦੇ ਅਧੀਨ ਮੌਰੀਆ ਸਾਮਰਾਜ ਦੇ ਬਾਰੇ ਲਿਖਿਆ ਸੀਗਾ। ਪੈਰੀਪਾਪਲਸ, ਇਹਨੇ ਵਪਾਰ ਅਤੇ ਬੰਦਰਗਾਹ ਦੀ ਜਾਣਕਾਰੀ ਦੇ ਬਾਰੇ ਲਿਖਿਆ ਸੀਗਾ। ਫਿਰ ਆ ਜਾਂਦਾ ਟੋਲਮੀ। ਟੋਲਮੀ ਨੇ ਭੂਗੋਲ ਤੇ ਵਪਾਰ ਅਤੇ ਹਿੰਦ ਮਹਾਸਾਗਰ ਦੇ ਵਿੱਚ ਇਸ ਦੇ ਬਾਰੇ ਲਿਖਿਆ ਸੀਗਾ। ਇਸ ਤੋਂ ਬਾਅਦ ਆ ਜਾਂਦੇ ਚੀਨੀ ਲੇਖਕ। ਚੀਨੀ ਲੇਖਕਾਂ ਦੇ ਵਿੱਚ ਨੰਬਰ 1 ਤੇ ਆਉਂਦਾ ਫਾਹਿਆਨ, ਇਹ 405 ਤੋਂ 11 ਦੀ ਈਸਵੀ ਦੇ ਵਿੱਚ ਆਇਆ ਸੀਗਾ। 2 ਨੰਬਰ ਤੇ ਆ ਜਾਂਦਾ ਹਿਊਨ-ਸਾਂਗ, ਇਹ 625 ਤੋਂ 45 ਈਸਵੀ ਦੇ ਵਿੱਚ ਆਇਆ ਸੀਗਾ। ਅਤੇ 3 ਨੰਬਰ ਤੇ ਆ ਜਾਂਦਾ ਇਤ ਸਿੰਘ, ਇਹ 7ਵੀਂ ਸਦੀ ਦੇ ਵਿੱਚ ਆਇਆ ਸੀਗਾ। ਇਹ ਤਿੰਨੇ ਹੀ ਬੋਧੀ ਵਿਦਵਾਨ ਸਨ। ਹਿਊਨ-ਸਾਂਗ ਹਰਸ਼ਵਰਧਨ ਦੇ ਸਮੇਂ ਆਇਆ ਸੀਗਾ। ਚੀਨੀ ਸੋਮੇ ਸੀਗੇ ਜਿਹੜੇ ਸਿਥੀਆਂ ਅਤੇ ਹੂਣਾਂ ਦੇ ਹਮਲਿਆਂ ਉੱਪਰ ਚੰਗੀ ਰੋਸ਼ਨੀ ਪਾਉਂਦੇ ਆ। ਇਹ ਹਮਲਾਵਰ ਸੀਗੇ, ਬਹੁਤ ਭੈੜੇ ਹਮਲਾਵਰ ਸੀਗੇ ਹੂਣਾਂ ਦੇ। ਇਹਨਾਂ ਦੇ ਜਿਹੜੇ ਹਮਲਿਆਂ ਦੇ ਬਾਰੇ ਇਹ ਚੰਗੀ ਤਰ੍ਹਾਂ ਰੋਸ਼ਨੀ ਪਾਉਂਦੇ ਹੈਗੇ ਲੇਖਕ ਸੀਗੇ ਜਿਹੜੇ। ਇਸ ਤੋਂ ਬਾਅਦ ਤਿੱਬਤੀ ਲੇਖਕ ਆ। ਇਹਨਾਂ ਵਿੱਚ ਬੋਧੀ ਲੇਖਕਾਂ ਦੇ ਵਿੱਚ ਤਾਰਾਨਾਥ ਮਹੱਤਵਪੂਰਨ ਹੈ। ਉਸ ਨੇ ਤਾਂਗਯੋਰ ਨਾਮ ਦਾ ਗ੍ਰੰਥ ਲਿਖਿਆ ਸੀਗਾ ਇਸਨੇ ਇੱਕ। ਇਸ ਤੋਂ ਬਾਅਦ ਸਾਡੇ ਆ ਜਾਂਦਾ ਇਸਲਾਮਿਕ ਲੇਖਕ। 8ਵੀਂ ਸਦੀ ਈਸਵੀ ਵਿੱਚ ਅਰਬਾਂ ਦਾ ਸਿੰਧ ਤੇ ਕਬਜ਼ਾ ਹੋ ਗਿਆ ਸੀਗਾ। ਹਿੰਦ ਮਹਾਸਾਗਰ ਦਾ ਵਪਾਰ ਇਸ ਤੋਂ ਵੀ ਪਹਿਲਾਂ ਅਰਬ ਸੁਦਾਗਰਾਂ ਦੇ ਕਬਜ਼ੇ ਵਿੱਚ ਆ ਗਿਆ। ਪਹਿਲਾ ਮਹੱਤਵਪੂਰਨ ਅਰਬ ਲੇਖਕ ਸੀਗਾ ਜਿਹੜਾ ਉਹ ਸੀਗਾ ਇਬਨ ਖੁਰਦਾਬੇ। ਉਸਦੀ ਇੱਕ ਕਿਤਾਬ ਸੀਗੀ ਬੁੱਕ ਆਫ ਰੂਟਸ ਐਂਡ ਕਿੰਗਡਮਸ, 844 ਤੋਂ 848 ਈਸਵੀ ਦੌਰਾਨ ਲਿਖੀ ਗਈ ਸੀ ਇਹ। ਦੂਜਾ ਆ ਜਾਂਦਾ ਅਬੂ ਜਾਇਦ ਹਸਨ, ਦੂਸਰਾ ਮਸ਼ਹੂਰ ਲੇਖਕ ਸੀ। ਅਤੇ ਤੀਸਰਾ ਸਭ ਤੋਂ ਵੱਧ ਮਹੱਤਵਪੂਰਨ ਸੀਗਾ ਜਿਹੜਾ ਉਹ ਸੀਗਾ ਅਬੂ ਰੇਹਾਨ ਜਾਂ ਅਲ-ਬਰੂਨੀ। ਅਲ-ਬਰੂਨੀ ਵੀ ਕਿਹਾ ਜਾਂਦਾ। ਉਹ ਮਹਿਮੂਦ ਗਜਨਵੀ ਦਾ ਸਮਕਾਲੀ ਸੀਗਾ। ਉਹ
1030 ਈਸਵੀ ਵਿੱਚ ਭਾਰਤ ਆਇਆ ਅਤੇ ਇੱਥੇ ਇਸਨੇ ਸੰਸਕ੍ਰਿਤ ਸਿੱਖੀ। ਉਸ ਦੀਆਂ ਭਾਰੀ ਲਿਖਤਾਂ ਸੀਗੀਆਂ, ਅਨੇਕਾਂ ਵਿਸ਼ਿਆਂ ਉੱਪਰ ਸਨ ਜਿਹੜੀਆਂ, ਜਿਵੇਂ ਕਿ ਹਿਸਾਬ, ਫਿਜ਼ਿਕਸ, ਕੈਮਿਸਟਰੀ, ਭੂਗੋਲ, ਤਾਰਾ ਵਿਗਿਆਨ, ਫਿਲਾਸਫੀ ਅਤੇ ਧਰਮ। ਇਹਨਾਂ ਵਿਸ਼ਿਆਂ ਦੇ ਉਸਦੇ ਉੱਪਰ ਭਾਰੀ ਲਿਖਤਾਂ ਸੀਗੀਆਂ ਉਸਦੀਆਂ ਅਲਬਰੂਨੀ ਦੀਆਂ। ਪ੍ਰਾਚੀਨ ਭਾਰਤ ਦੇ ਅਨੇਕ ਪ੍ਰਕਾਰ ਦੇ ਸੋਮਿਆਂ ਵਿੱਚ ਇਟਲੀ ਤੋਂ ਆਏ ਯਾਤਰੀ ਮਾਰਕ ਪੋਲੋ ਅਤੇ ਅਫਰੀਕਨ ਯਾਤਰੀ ਇਬਨ ਬਤੂਤਾ ਦੇ ਨਾਮ ਵੀ ਸ਼ਾਮਲ ਹਨ। ਇਹ ਕ੍ਰਮਵਾਰ 13ਵੀਂ ਸਦੀ ਅਤੇ 14ਵੀਂ ਸਦੀ ਈਸਵੀ ਵਿੱਚ ਭਾਰਤ ਆਏ ਸਨ। ਇਸ ਦੇ ਨਾਲ ਹੀ ਆਪਣੇ ਭਾਰਤੀ ਇਤਿਹਾਸ ਦੇ ਜਿਹੜੇ ਮੂਲ ਸੋਮੇ ਹਨ ਉਹ ਸਮਾਪਤ ਹੁੰਦੇ ਹਨ ਅਤੇ ਆਪਣਾ ਪਹਿਲਾ ਚੈਪਟਰ ਕੰਪਲੀਟ ਹੋ ਜਾਂਦਾ ਹੈ। ਇਸ ਤੋਂ ਬਾਅਦ ਤੁਹਾਨੂੰ ਪ੍ਰਸ਼ਨ ਨਹੀਂ ਆਊਗਾ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅਤੇ ਚੈਨਲ 'ਤੇ ਨਵੇਂ ਹੋ ਜਾਂ ਤੁਸੀਂ ਪੁਰਾਣੇ ਸਟੂਡੈਂਟ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਇਸ ਤੋਂ ਬਾਅਦ ਆਪਾਂ ਆਪਣਾ ਸੈਕੰਡ ਚੈਪਟਰ ਜਿਹੜਾ ਉਹ ਸਟਾਰਟ ਕਰਾਂਗੇ। ਸੋ ਅੱਜ ਆਪਣਾ ਇਹ ਪਹਿਲਾ ਚੈਪਟਰ ਖਤਮ ਹੁੰਦਾ ਹੈ। ਅੱਜ ਦੇ ਲਈ ਇੰਨਾ ਹੀ ਸੀਗਾ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।